हाँ जी प्यारे बच्चों, मैं कश्मीर सिंह घुमान, साइंस मास्टर, सरकारी हाई स्कूल काकड़ा, ਜ਼ਿਲ੍ਹਾ ਸੰਗਰੂਰ। ਬੇਟੇ ਆਪਾਂ 8ਵੀਂ ਕਲਾਸ ਦੇ 3 ਅੰਕਾਂ ਵਾਲੇ ਮਹੱਤਵਪੂਰਨ ਪ੍ਰਸ਼ਨਾਂ ਦੀ ਤਿਆਰੀ ਕਰ ਰਹੇ ਹਾਂ ਤੇ ਆਪਣਾ ਚੈਪਟਰ ਹੈ ਬਲ ਅਤੇ ਦਬਾਅ ਜਾਣੀ ਕਿ ਫੋਰਸ ਐਂਡ ਪ੍ਰੈਸ਼ਰ। ਬੇਟੇ ਅੱਜ ਆਪਣਾ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 6। ਬਲ ਦੀ ਪਰਿਭਾਸ਼ਾ ਦਿਓ ਅਤੇ ਇਸ ਦੇ ਪ੍ਰਭਾਵਾਂ ਬਾਰੇ ਲਿਖੋ। ਸਭ ਤੋਂ ਪਹਿਲਾਂ ਆਪਾਂ ਬਲ ਦੀ ਪਰਿਭਾਸ਼ਾ ਦੇਖਦੇ ਹਾਂ। ਬਲ ਉਹ ਖਿੱਚ ਜਾਂ ਧੱਕਾ ਹੈ ਜੋ ਕਿਸੇ ਵਸਤੂ ਦੀ ਗਤੀ ਜਾਂ ਦਿਸ਼ਾ ਜਾਂ ਦੋਵੇਂ ਬਦਲ ਸਕਦਾ ਹੈ। ਮਤਲਬ ਬੇਟਾ ਬਲ ਕਿਸੇ ਵਸਤੂ ਦੀ ਗਤੀ ਨੂੰ ਬਦਲ ਸਕਦਾ ਹੈ, ਵਧਾ ਸਕਦਾ ਹੈ ਜਾਂ ਘਟਾ ਸਕਦਾ ਹੈ, ਜਾਂ ਉਸ ਦੀ ਦਿਸ਼ਾ ਬਦਲ ਸਕਦਾ ਹੈ, ਜਾਂ ਗਤੀ ਐਂਡ ਦਿਸ਼ਾ ਦੋਨਾਂ ਨੂੰ ਬਦਲ ਸਕਦਾ ਹੈ। ਹੁਣ ਆਪਾਂ ਇਸ ਦੇ ਪ੍ਰਭਾਵ ਦੇਖਦੇ ਹਾਂ। ਬਲ ਦੇ ਪ੍ਰਭਾਵ। ਹਾਂਜੀ ਬੇਟਾ, ਬਲ ਕਿਸੇ ਵਸਤੂ ਨੂੰ ਵਿਰਾਮ ਅਵਸਥਾ ਤੋਂ ਗਤੀ ਵਿੱਚ ਲਿਆ ਸਕਦਾ ਹੈ। ਬਲ ਕਿਸੇ ਗਤੀ ਕਰ ਰਹੀ ਵਸਤੂ ਨੂੰ ਰੋਕ ਸਕਦਾ ਹੈ। ਬਲ ਕਿਸੇ ਵਸਤੂ ਦੀ ਗਤੀ ਨੂੰ ਵਧਾ ਜਾਂ ਘਟਾ ਸਕਦਾ ਹੈ। ਬਲ ਕਿਸੇ ਗਤੀ ਕਰਦੀ ਵਸਤੂ ਨੂੰ ਉਸ ਦੀ ਦਿਸ਼ਾ ਬਦਲ ਸਕਦਾ ਹੈ। ਬਲ ਕਿਸੇ ਵਸਤੂ ਦਾ ਆਕਾਰ ਜਾਂ ਆਕ੍ਰਿਤੀ ਬਦਲ ਸਕਦਾ ਹੈ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ, ਆਪਾਂ ਸੋਫੇ 'ਤੇ ਬੈਠਦੇ ਹਾਂ, ਉਸ ਦੀ ਆਕ੍ਰਿਤੀ ਬਦਲ ਜਾਂਦੀ ਹੈ, ਜਾਂ ਆਪਾਂ ਆਟਾ ਗੁੰਨ ਕੇ ਉਸ ਦਾ ਆਕਾਰ ਜਾਂ ਆਕ੍ਰਿਤੀ ਬਦਲ ਸਕਦੇ ਹਾਂ। ਹਾਂਜੀ ਬੇਟਾ, ਹੁਣ ਆਪਾਂ ਅੰਗਰੇਜ਼ੀ ਮਾਧਿਅਮ ਦੇ ਵਿੱਚ ਇਸ ਕੁਐਸਚਨ ਨੂੰ ਦੇਖਦੇ ਹਾਂ। ਡਿਫਾਈਨ ਫੋਰਸ ਐਂਡ ਐਕਸਪਲੇਨ ਇਟਸ ਇਫੈਕਟਸ। ਹਾਂਜੀ ਬੇਟਾ, ਪਹਿਲਾਂ ਫੋਰਸ ਦੀ ਡੈਫੀਨੇਸ਼ਨ। ਅ ਫੋਰਸ ਇਜ਼ ਏ ਪੁਸ਼ ਔਰ ਪੁੱਲ ਐਕਟਿੰਗ ਔਨ ਐਨ ਆਬਜੈਕਟ ਵਿਦ ਮਾਸ that may change its velocity or direction or both। ਹਾਂਜੀ ਬੇਟਾ, ਸੋ ਫੋਰਸ ਕਿਸੇ ਵਸਤੂ ਦੀ ਵੈਲੋਸਿਟੀ ਚੇਂਜ ਕਰ ਸਕਦੀ ਹੈ, ਉਸ ਦੀ ਡਾਇਰੈਕਸ਼ਨ ਚੇਂਜ ਕਰ ਸਕਦੀ ਹੈ, ਜਾਂ ਵੈਲੋਸਿਟੀ ਐਂਡ ਡਾਇਰੈਕਸ਼ਨ ਦੋਨਾਂ ਨੂੰ ਚੇਂਜ ਕਰ ਸਕਦੀ ਹੈ। ਹੁਣ ਬੇਟੇ ਆਪਾਂ ਇਸ ਦੇ ਇਫੈਕਟਸ ਦੇਖਦੇ ਹਾਂ। ਇਫੈਕਟ ਆਫ ਫੋਰਸ। ਪਹਿਲਾ ਇਫੈਕਟ ਹੈ ਅ ਫੋਰਸ ਕੈਨ ਮੂਵ ਏ ਸਟੇਸ਼ਨਰੀ ਆਬਜੈਕਟ। ਕਿਸੇ ਵਸਤੂ ਨੂੰ, ਖੜੀ ਵਸਤੂ ਨੂੰ ਚਲਾ ਸਕਦੀ ਹੈ। ਅ ਫੋਰਸ ਕੈਨ ਸਟਾਪ ਏ ਮੂਵਿੰਗ ਆਬਜੈਕਟ। ਕਿਸੇ ਚੱਲਦੀ ਵਸਤੂ ਨੂੰ ਰੋਕ ਸਕਦੀ ਹੈ। ਅ ਫੋਰਸ ਕੈਨ ਚੇਂਜ ਦਾ ਸਪੀਡ ਆਫ ਮੂਵਿੰਗ ਆਬਜੈਕਟ। ਜਿਸ ਤਰ੍ਹਾਂ ਬੇਟੇ ਬੈਟਸਮੈਨ ਕਿਸੇ ਆਉਂਦੀ ਗੇਂਦ ਨੂੰ ਹਿੱਟ ਕਰਦਾ ਤਾਂ ਉਸ ਦੀ ਦਿਸ਼ਾ, ਗਤੀ ਜਾਂ ਸਪੀਡ ਨੂੰ ਬਦਲ ਸਕਦਾ ਹੈ। ਇਹ ਫੋਰਸ ਕੈਨ ਚੇਂਜ ਦਾ ਡਾਇਰੈਕਸ਼ਨ ਆਫ ਦਾ ਮੂਵਿੰਗ ਆਬਜੈਕਟ। ਸੋ ਬਲ ਫੋਰਸ ਕਿਸੇ ਵਸਤੂ ਦੀ ਡਾਇਰੈਕਸ਼ਨ ਨੂੰ ਵੀ ਚੇਂਜ ਕਰ ਸਕਦਾ ਹੈ। ਅ ਫੋਰਸ ਕੈਨ ਚੇਂਜ ਦਾ ਸ਼ੇਪ ਔਰ ਸਾਈਜ਼ ਆਫ ਐਨ ਆਬਜੈਕਟ। ਜਿਸ ਤਰ੍ਹਾਂ ਆਪਾਂ ਪਹਿਲਾਂ ਐਗਜ਼ਾਮਪਲ ਲਈ ਹੈ ਕਿ ਫੋਰਸ ਕਿਸੇ ਵਸਤੂ ਦੀ ਸ਼ੇਪ ਨੂੰ ਜਾਂ ਸਾਈਜ਼ ਨੂੰ ਚੇਂਜ ਕਰ ਸਕਦੀ ਹੈ। ਜਿਵੇਂ ਆਪਾਂ ਆਟਾ ਗੁੰਨ ਕੇ ਉਸ ਦੀ ਸ਼ੇਪ ਐਂਡ ਸਾਈਜ਼ ਨੂੰ ਚੇਂਜ ਕਰ ਸਕਦੇ ਹਾਂ, ਜਾਂ ਅਸੀਂ ਕਿਸੇ ਸੋਫੇ 'ਤੇ ਬੈਠਦੇ ਹਾਂ ਤਾਂ ਉਸ ਦੀ ਸ਼ੇਪ ਔਰ ਸਾਈਜ਼ ਚੇਂਜ ਹੋ ਜਾਂਦਾ ਹੈ। ਮੈਨੂੰ ਬੇਟੇ ਉਮੀਦ ਹੈ ਕਿ ਤੁਹਾਨੂੰ ਇਹ ਕੁਐਸਚਨ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ। ਥੈਂਕ ਯੂ।